subscribe our channel and press the bell icon ताकि कोई भी नवी अपडेट तुसी मिस ना करो। ਸਤਿ ਸ਼੍ਰੀ ਅਕਾਲ, ਨਮਸਕਾਰ। ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਇਸ ਹੈਲਥ ਸ਼ੋਅ ਦੇ ਵਿੱਚ ਸਵਾਗਤ ਹੈ। ਤੁਹਾਨੂੰ ਪਤਾ ਹੈ ਕਿ ਅਸੀਂ ਹੁਣ ਵੈਕਸੀਨੇਸ਼ਨ ਦੇ ਪ੍ਰੋਸੈਸ ਦੇ ਵਿੱਚ ਹੈ। ਕੈਨੇਡਾ ਦੇ ਵਿੱਚ ਵੈਕਸੀਨੇਸ਼ਨ ਪ੍ਰੋਸੈਸ ਚੱਲ ਰਿਹਾ ਹੈਗਾ, ਲੋਕਾਂ ਨੂੰ ਵੈਕਸੀਨੇਟ ਕੀਤਾ ਜਾ ਰਿਹਾ ਹੈ। ਕੋਵਿਡ-19 ਦੀ ਵੈਕਸੀਨ ਫਾਈਜ਼ਰ ਤੇ ਮੋਡਰਨਾ, ਇਹਨਾਂ ਦੋਨਾਂ ਨੂੰ ਇੱਥੇ ਜੋ ਅਫੀਸ਼ੀਅਲੀ ਤੌਰ ਦੇ ਉੱਤੇ ਮਾਨਤਾ ਮਿਲੀ ਹੋਈ ਹੈ ਤੇ ਇਹੀ ਜਿਹੜੀਆਂ ਡੋਜ਼ਿਸ ਆ ਉਹ ਲੱਗ ਰਹੀਆਂ ਨੇ। ਹੁਣ ਫਾਈਜ਼ਰ ਨੇ ਇਹ ਕਹਿ ਦਿੱਤਾ ਹੈ ਕਿ ਅਸੀਂ ਇਸ ਹਫਤੇ ਦੇ ਵਿੱਚ ਕੋਈ ਵੀ ਡੋਜ਼ ਕੈਨੇਡਾ ਦੇ ਵਿੱਚ ਨਹੀਂ ਪਹੁੰਚਾਵਾਂਗੇ ਤੇ ਬਾਅਦ ਵਿੱਚ ਜੇ ਪਹੁੰਚਾਵਾਂਗੇ ਤਾਂ ਬਹੁਤ ਥੋੜੀ ਮਾਤਰਾ ਦੇ ਵਿੱਚ ਜਿਹੜੀਆਂ ਡੋਜ਼ਿਸ ਹੈ ਪਹੁੰਚਾਈਆਂ ਜਾਣਗੀਆਂ। ਹੁਣ ਇਸ ਪ੍ਰੋਸੈਸ ਦੇ ਵਿੱਚ ਕੀ ਅਸਰ ਪਵੇਗਾ ਡੋਜ਼ਿਸ ਦੀ ਡਿਲੇ ਦਾ, ਕਿਉਂਕਿ ਦੂਜੀ ਡੋਜ਼ ਜਿਨ੍ਹਾਂ ਨੂੰ ਪਹਿਲੀ ਡੋਜ਼ ਆਲਰੇਡੀ ਦਿੱਤੀ ਜਾ ਰਹੀ ਹੈ, ਦੂਜੀ ਡੋਜ਼ ਦੇ ਵਿੱਚ 45 ਦਿਨਾਂ ਦਾ ਅੰਤਰ ਜਿਹੜਾ ਰੱਖਿਆ ਗਿਆ। ਓਨਟਾਰੀਓ ਦੇ ਵੱਲੋਂ ਵੀ ਇਹ ਕਿਹਾ ਗਿਆ, ਅਲਬਰਟਾ ਦੇ ਵਿੱਚ ਵੀ ਕਿਹਾ ਗਿਆ ਕਿ ਅਸੀਂ ਦੂਜੀ ਡੋਜ਼ ਥੋੜੀ ਜਿਹੀ ਡਿਲੇ ਕਰਕੇ ਲਗਾਵਾਂਗੇ। ਨਾਲ ਹੁਣ ਕੋਵਿਡ-19 ਦੇ ਕੇਸ ਜਿੱਥੇ ਬਜ਼ੁਰਗਾਂ ਦੇ ਵਿੱਚ ਤੇ ਨੌਜਵਾਨਾਂ ਦੇ ਵਿੱਚ ਪਾਏ ਜਾ ਰਹੇ ਸੀ, ਬੱਚਿਆਂ ਵਿੱਚ ਕਿਹਾ ਜਾ ਰਿਹਾ ਸੀ ਕਿ ਇਹ ਕੇਸ ਡਿਸਕਵਰ ਨਹੀਂ ਕੀਤੇ ਜਾ ਰਹੇ, ਪਰ ਹੁਣ ਅਸੀਂ ਦੇਖਿਆ ਕਿ ਬੱਚਿਆਂ ਦੇ ਵਿੱਚ ਵੀ ਇਹ ਕੇਸ ਆ ਰਹੇ ਨੇ। ICU ਦੇ ਵਿੱਚ ਬੱਚੇ ਜਿਹੜੇ ਨੇ ਉਹ ਚਾਹੇ ਡਿਸਚਾਰਜ ਹੋ ਗਏ ਨੇ ਪਰ ICU ਵਿੱਚ ਗਏ ਜ਼ਰੂਰ ਸੀ, ICU ਦੇ ਵਿੱਚ ਉਹਨਾਂ ਨੂੰ ਦਾਖਲ ਜ਼ਰੂਰ ਕਰਵਾਉਣਾ ਪਿਆ ਸੀ। ਤੇ ਨਾਲ ਟੋਡਲਰਸ ਦੇ ਉੱਤੇ ਇਹਨਾਂ ਦਾ ਕੀ ਪ੍ਰਭਾਵ ਹੋਵੇਗਾ, ਜਿਹੜੇ ਨਵਜੰਮੇ ਬੱਚੇ ਆ ਉਹਨਾਂ ਦੇ ਉੱਤੇ ਅੱਗੇ ਜਾ ਕੇ ਕੀ ਪ੍ਰਭਾਵ ਹੋ ਸਕਦਾ, ਨਵੇਂ ਵੇਰੀਐਂਟ ਦਾ ਕੀ ਪ੍ਰਭਾਵ ਹੋ ਸਕਦਾ। ਸੋ ਇਹ ਸਾਰੇ ਸਵਾਲਾਂ ਦੇ ਜਵਾਬ ਅੱਜ ਲਵਾਂਗੇ ਡਾਕਟਰ ਪ੍ਰਗਟ ਸਿੰਘ ਪੁਰਜੀ ਤੋਂ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਪੁਰਜੀ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਅਰਸ਼ਜੀਤ ਤੇ ਸਾਰੇ ਹੀ ਮੇਰੇ ਪਿਆਰ ਭਰੇ ਸ਼ਰੋਤਿਆਂ ਨੂੰ ਨਿੱਘੀ ਜੀ ਆਇਓ, ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਜਿੱਦਾਂ ਮੈਂ ਗੱਲ ਕੀਤੀ ਹੈ ਕਿ ਇਸ ਹਫ਼ਤੇ ਸਾਨੂੰ ਫਾਈਜ਼ਰ ਦੀ ਵੈਕਸੀਨ ਜਿਹੜੀ ਆ ਉਹ ਨਹੀਂ ਮਿਲ ਰਹੀ, ਮੋਡਰਨਾ ਦੀ ਵੈਕਸੀਨ ਚਾਹੇ ਸਾਨੂੰ ਮਿਲ ਰਹੀ ਹੈ ਪਰ ਡਿਲੇ ਜ਼ਰੂਰ ਹੋ ਜਾਏਗੀ, ਕਿਉਂਕਿ ਅਲਬਰਟਾ ਵਾਲਿਆਂ ਨੇ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਜਿਹੜੇ ਲੌਂਗ ਟਰਮ ਕੇਅਰ ਹੋਮਸ ਆ ਸਿਰਫ ਉੱਥੇ ਵੈਕਸੀਨੇਸ਼ਨ ਲਗਾਈ ਜਾਊਗੀ, ਅਦਰਵਾਈਜ਼ ਸਾਡੇ ਕੋਲੇ ਵੈਕਸੀਨ ਹੈ ਨਹੀਂ ਗੀ। ਓਨਟਾਰੀਓ ਨੇ ਵੀ ਕਹਿ ਦਿੱਤਾ, ਓਨਟਾਰੀਓ ਦੇ ਤਾਂ ਜਿਹੜੇ ਪ੍ਰੀਮੀਅਰ ਹੈਗੇ ਆ ਉਹਨਾਂ ਨੇ ਵੀ ਅਮਰੀਕਾ ਨੂੰ ਕਿਹਾ ਕਿ ਪਲੀਜ਼ ਸਾਨੂੰ 1 ਮਿਲੀਅਨ ਡੋਜ਼ਿਸ ਦੇ ਦਿਓ। ਸੋ ਅਜਿਹੀ ਨੌਬਤ ਆ ਗਈ ਹੈ ਕਿ ਸਾਡੇ ਕੋਲ ਵੈਕਸੀਨ ਹੀ ਹੈ ਨਹੀਂ। ਹੁਣ ਕੀ ਅਸਰ ਹੋਊਗਾ ਵੈਕਸੀਨੇਸ਼ਨ ਪ੍ਰੋਸੈਸ ਦੇ ਉੱਤੇ? ਦੇਖੋ, ਆਲ ਓਵਰ ਕੈਨੇਡਾ ਜਿਹੜੀ ਹੈਗੀ ਇਹਦਾ ਅਸਰ ਤਾਂ ਪਊਗਾ, ਔਰ ਖਾਸ ਕਰਕੇ ਜਿਹੜੇ ਦੋ ਵੱਡੇ ਸੂਬੇ ਜਿੱਥੇ ਕੋਵਿਡ ਨੇ ਹਾਹਾਕਾਰ ਮਚਾਈ ਹੈ, ਮੇਰੀ ਮੁਰਾਦ ਓਨਟਾਰੀਓ ਤੇ ਕਿਊਬੈਕ, ਉਹਨਾਂ ਨੂੰ ਬਹੁਤ ਜ਼ਿਆਦਾ ਫਰਕ ਪਊਗਾ, ਕਿਉਂਕਿ ਉੱਥੇ ਹਸਪੀਟਲ ਐਡਮਿਸ਼ਨ ਨਿਰੰਤਰ ਵੱਧ ਰਹੀਆਂ, ICU ਐਡਮਿਸ਼ਨ ਤੇ ਡੈਥ। ਜੀ, ਇਹਦੇ ਵਿੱਚ ਅਸੀਂ ਲੱਕੀ ਰਹਿ ਗਏ ਕਿ ਅਸੀਂ ਜਿਹੜੇ ਲੌਂਗ ਟਰਮ ਕੇਅਰ ਹੋਮ ਆ ਉਹ ਸਾਰਿਆਂ ਨੂੰ ਇੱਕ ਡੋਜ਼ ਤਾਂ ਲਾ ਚੁੱਕੇ ਆ। ਜਿਹੜੇ ਉੱਥੇ ਕੰਮ ਕਰਨ ਵਾਲੇ ਡਾਕਟਰ, ਨਰਸਿਸ ਤੇ ਹੋਰ ਸਪੋਰਟਿੰਗ ਸਟਾਫ, ਉਹਨਾਂ ਨੂੰ ਇੱਕ ਡੋਜ਼ ਲੱਗ ਚੁੱਕਿਆ। ਜਿਹੜੇ ਹਸਪੀਟਲ 'ਚ ਕੰਮ ਕਰਨ ਵਾਲੇ ਫਿਜ਼ੀਸ਼ੀਅਨਸ ਹੈਗੇ ਆ, ਟ੍ਰੇਨੀਜ਼ ਹੈਗੇ ਆ, ICU ਡਾਕਟਰਸ ਹੈਗੇ ਆ, ਐਮਰਜੈਂਸੀ ਨੂੰ ਇੱਕ ਡੋਜ਼ ਲੱਗ ਚੁੱਕਿਆ, ਜਿਹਦੇ ਵਿੱਚ ਮੇਰੀ ਬੇਟੀ ਵੀ ਸ਼ਾਮਲ ਸੀ। ਹੁਣ ਸਮੱਸਿਆ ਇਹ ਆ ਵੀ ਟ੍ਰੈਡੀਸ਼ਨਲੀ ਫਾਈਜ਼ਰ 3 ਹਫ਼ਤੇ ਬਾਅਦ ਦੂਜਾ ਡੋਜ਼ ਲਾਉਣਾ ਚਾਹੀਦਾ ਤੇ ਮੋਡਰਨਾ 4 ਹਫ਼ਤੇ ਬਾਅਦ, ਲੇਕਿਨ ਕਿਉਂਕਿ ਡੋਜ਼ਿਸ ਬਹੁਤ ਘੱਟ ਮਿਲੇ ਸੀ ਪਹਿਲਾਂ, ਤਾਂ ਇਹ ਸੀ ਵੀ ਇੱਕ ਡੋਜ਼ ਤਾਂ ਲਾਓ, ਕਿਉਂਕਿ ਉਹ ਤੋਂ 52% ਤਾਂ ਬਣਦੇ ਐਂਟੀਬਾਡੀਜ਼, ਦੂਜੇ ਡੋਜ਼ ਦੇ ਨਾਲ 94 to 95%। ਸੋ ਹੁਣ ਡਿਲੇ ਤੱਕ ਕਰਨਾ ਪੈਣਾ, ਉਹਦੇ ਵਿੱਚ ਕੋਈ ਚੋਇਸ ਨਹੀਂ ਹੈਗੀ। ਮੈਨੂਫੈਕਚਰਰਸ ਤਾਂ ਕਹਿੰਦੇ ਆ ਵੀ ਅਸੀਂ ਜੋ ਕਿਹਾ ਵੀ ਉਸ ਹਿਸਾਬ ਦੇ ਨਾਲ ਚੱਲੋ, ਲੇਕਿਨ ਰਿਸਰਚ ਦੇ ਵਿੱਚ ਇਹ ਵੀ ਡੇਟਾ ਆਇਆ 3 ਮਹੀਨੇ ਬਾਅਦ ਵੀ ਲੱਗ ਜਾਵੇ। ਹੁਣ ਸਮੱਸਿਆ ਇਹ ਖੜੀ ਹੈਗੀ ਹੈ ਵੀ ਫਾਈਜ਼ਰ ਜਿਹੜੀ ਹੈਗੀ ਉਹਦਾ ਜਿਹੜਾ ਮੈਨੂਫੈਕਚਰਿੰਗ ਪਲਾਂਟ ਹੈਗਾ ਬੈਲਜੀਅਮ ਦੇ ਵਿੱਚ, ਜੀ ਕਹਿੰਦੇ ਆ ਵੀ ਅਸੀਂ ਤਾਂ ਫੁੱਲ ਕੈਪੈਸਿਟੀ 'ਚ ਰਨ ਕਰ ਰਹੇ ਹਾਂ, ਲੇਕਿਨ ਇੰਨਾ ਹੀ ਸਮਾਨ ਬਣ ਰਿਹਾ। ਤੇ ਜਿਹੜੇ ਯੂਰੋਪੀਅਨ ਯੂਨੀਅਨ ਆ ਉਹਨਾਂ ਨੇ ਵੀ ਆਰਡਰ ਦਿੱਤੇ ਹੋਏ ਆ, ਉਸ ਕੰਟਰੀ ਨੂੰ ਵੀ ਸਾਡਾ ਫਰਜ਼ ਬਣਦਾ ਦੇਣ ਦਾ, ਤੇ ਬਾਅਦ ਤੁਹਾਨੂੰ ਵੀ ਦੇਵਾਂਗੇ। ਤਾਂ ਇਸ ਹਫ਼ਤੇ ਪਲੀਜ਼ ਵੀ ਅਸੀਂ ਨਹੀਂ ਦੇਖ ਸਕਦੇ, ਉਸ ਤੋਂ ਆਊਗਾ, ਲੇਕਿਨ ਅਮਾਊਂਟ ਥੋੜਾ ਘਟਿਆ ਹੋਊਗਾ, ਔਰ ਮਿਡਲ ਆਫ ਫੈਬਰੂਅਰੀ 'ਚ ਫਿਰ ਉਹ ਵਾਅਦਾ ਕਰਦੇ ਆ ਵੀ ਸਾਡੀ ਪ੍ਰੋਡਕਸ਼ਨ ਕੈਪੈਸਿਟੀ ਵੱਧ ਜਾਊਗੀ। ਇਹ ਅਨੀਤਾ ਆਨੰਦ ਜੀ ਨੇ ਵੀ ਕੱਲ ਸਟੇਟਮੈਂਟ ਦਿੱਤੇ, ਪ੍ਰਧਾਨ ਮੰਤਰੀ ਨੇ ਵੀ ਕਿਹਾ ਵੀ ਅਸੀਂ ਚਲੋ ਮੰਨਦੇ ਹਾਂ ਵੀ ਟੈਂਪਰਰੀ ਸਮਾਨ ਥੋੜਾ ਘੱਟ ਆ ਰਿਹਾ, ਲੇਕਿਨ ਲੌਂਗ ਟਰਮ 'ਚ ਦੇਖੀਏ ਤੇ ਅਸੀਂ ਸਾਡਾ ਟਾਰਗੇਟ ਜਿਹੜਾ ਸੈਪਟੈਂਬਰ ਦਾ ਪੂਰੇ ਕੈਨੇਡਾ ਨੂੰ ਟੀਕੇ ਲਾਉਣ ਦਾ, ਅਸੀਂ ਫਿਰ ਵੀ ਮੀਟ ਕਰ ਸਕਦੇ ਹਾਂ। ਉਹਦੇ ਨਾਲ ਮੋਡਰਨਾ ਵੀ ਆ ਰਿਹਾ, ਲੇਕਿਨ ਉਹਦੀ ਸਪਲਾਈ ਵੀ ਇੰਨੀ ਜ਼ਿਆਦਾ ਨਹੀਂ ਹੈਗੀ। ਉਹ ਅਮਰੀਕਾ ਤੋਂ ਆਉਂਦਾ, ਜਿਹੜਾ ਕੈਂਬਰਿਜ ਮੈਸਾਚੂਸੈਟ ਦੇ ਵਿੱਚ ਉਹਨਾਂ ਦਾ ਪਲਾਂਟ ਹੈਗਾ ਮੋਡਰਨਾ ਦਾ। ਮੈਂ ਵੀ ਚਾਹੁੰਦਾ ਵੀ ਕਾਫੀ ਕੰਟਰੀਜ਼ 'ਚ ਆਕਸਫੋਰਡ ਦਾ ਜਿਹੜਾ ਟੀਕਾ ਉਹਨੂੰ ਮਾਨਤਾ ਮਿਲ ਚੁੱਕੀ ਹੈ, ਉਹਦੀ ਸੇਫਟੀ ਵਧੀਆ 2-3 ਹਫ਼ਤੇ ਤੋਂ ਲੱਗੀ ਜਾ ਰਿਹਾ, ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ, ਉਹਦੀ ਕੋਈ ਸਾਈਡ ਇਫੈਕਟ ਇੰਨਾ ਜ਼ਿਆਦਾ ਉੱਭਰ ਕੇ ਨਹੀਂ ਆ। ਕਿਉਂ ਨਾ ਕੈਨੇਡਾ ਵੀ ਉਹਨੂੰ ਐਮਰਜੈਂਸੀ ਰਿਲੀਜ਼ ਵਾਸਤੇ ਦੇ ਦੇਵੇ, ਕਿਉਂਕਿ ਉਹਦੀ ਸਟੋਰੇਜ ਦੀ ਪ੍ਰੋਬਲਮ ਨਹੀਂ ਹੈਗੀ,
ਨਾਲੇ ਹੋ ਸਕਦਾ ਵੀ ਅਸੀਂ 3 ਵੈਕਸੀਨੇਸ਼ਨ ਜਿਹੜੀਆਂ, ਕਿਉਂਕਿ ਯੂਕੇ 'ਚ ਪਹਿਲਾਂ ਫਾਈਜ਼ਰ ਨੂੰ ਮਿਲਿਆ, ਫਿਰ ਆਕਸਫੋਰਡ ਨੂੰ ਮਿਲਿਆ, ਫਿਰ ਮੋਡਰਨਾ ਨੂੰ, ਔਰ ਸਾਡੀ ਕੰਟਰੀ 'ਚ ਵੀ ਮੇਰੇ ਖਿਆਲ ਨਾਲ ਹੈਲਥ ਕੈਨੇਡਾ ਰਿਵਿਊ ਤੇ ਕਰ ਰਹੀ ਆ, ਲੇਕਿਨ ਉਹਨਾਂ ਨੂੰ ਇਹਨੂੰ ਫਾਸਟ ਟਰੈਕ 'ਚ ਲਿਖਣਾ ਚਾਹੀਦਾ, ਕਿਉਂਕਿ ਅਸੀਂ ਬਾਹਰਲੀ ਕੰਪਨੀਆਂ ਤੇ ਹੀ ਰਿਲਾਈ ਕਰ ਸਕਦੇ ਹਾਂ ਵੀ ਜਦੋਂ ਸਾਨੂੰ ਵੈਕਸੀਨਸ ਦੇਣਗੇ। ਸਾਡੀ ਕੰਟਰੀ 'ਚ ਕੈਨੇਡਾ 'ਚ ਕੋਈ ਵੀ ਵੈਕਸੀਨ ਮੈਨੂਫੈਕਚਰਿੰਗ ਪਲਾਂਟ ਨਹੀਂ ਹੈਗਾ। ਇਹਦੇ ਬਾਰੇ ਮੈਂ ਸਲਾਹ ਵੀ ਦਿੱਤੀ ਸੀ ਤੇ ਸੈਸਕੈਚੁਅਨ 'ਚ ਕੋਸ਼ਿਸ਼ ਕੀਤੀ ਜਾ ਰਹੀ ਆ, ਲੇਕਿਨ ਜਦ ਤੱਕ ਇਹ ਕੋਵਿਡ ਦਾ ਪੈਂਡੇਮਿਕ ਹੈ ਤਦ ਤੱਕ ਉਹ ਪਲਾਂਟ ਬਿਲਡ ਨਹੀਂ ਹੋਣਾ ਵੀ ਫਿਊਚਰ ਵਾਸਤੇ ਐਟਲੀਸਟ ਸਾਡੇ ਕੋਲ ਕੋਈ ਨਾ ਕੋਈ ਹੋਵੇ ਵੀ ਅਸੀਂ ਆਪਣੀ ਵੈਕਸੀਨ ਨੀਡਸ ਹੈ ਕੈਨੇਡਾ ਦੀ ਇੱਥੇ ਹੀ ਮੀਟ ਕਰ ਸਕੀਏ, ਬਜਾਏ ਕਿ ਆਪਾਂ ਰਿਲਾਈ ਕਰ ਸਕੀਏ। ਦੂਜੇ ਪਾਸੇ ਹਿੰਦੁਸਤਾਨ ਦੇ ਜਿਹੜਾ ਭਾਰਤ ਉਹ ਬਾਇਓਟੈਕ ਸੀ ਜਿਹੜੀ ਉਹਨਾਂ ਦੀ ਵੈਕਸੀਨ ਉਹ ਨੇਬਰਿੰਗ ਕੰਟਰੀਜ਼ 'ਚ ਵੀ ਭੇਜ ਰਹੇ ਆ, ਉਹ ਬਹੁਤ ਜ਼ਿਆਦਾ ਮੈਨੂਫੈਕਚਰਿੰਗ ਹੋ ਰਹੀ ਹੈ ਕਿਉਂਕਿ ਵੱਡਾ ਪਲਾਂਟ ਹੈਗਾ। ਸੋ ਜਿਹੜੀ ਅਫਗਾਨਿਸਤਾਨ ਹੈਗੀ ਆ, ਬੰਗਲਾਦੇਸ਼ ਆ, ਸਾਊਥ ਈਸਟ ਏਸ਼ੀਅਨ ਦੀ, ਨੇਪਾਲ, ਦੂਜੀ ਕੰਟਰੀ ਦੇ ਰਹੇ ਆ ਔਰ ਆਪਣੀ ਮੀਟ ਕਰ ਰਹੇ ਆ। ਕਿਉਂ ਨਾ ਸਾਨੂੰ ਵੀ ਪਲਾਂਟ ਲਾਉਣਾ ਚਾਹੀਦਾ, ਲੇਕਿਨ ਟੈਂਪਰਰੀ ਸ਼ਾਰਟੇਜ ਜ਼ਰੂਰ ਰਹੂਗੀ ਔਰ ਇਹਦੇ ਨਾਲ ਫੇਰ ਟਰਬਲ ਇਹੀ ਹੁੰਦੀ ਆ, ਬੈਕ ਟੂ ਬੇਸਿਕਸ ਜਾਣਾ ਪੈਣਾ ਸਾਨੂੰ। ਉਹੀ ਜਿਹੜੇ ਹੈਗੇ ਆ ਸਾਡੇ 3 ਜਿਹੜੇ ਮੇਨ ਚੀਜ਼ਾਂ ਵੀ ਆਪਾਂ ਘਰੋਂ ਬਾਹਰ ਨਾ ਨਿਕਲੀਏ, ਅਗਰ ਲੋੜ ਆ ਤਾਂ ਹੀ ਮਾਸਕ ਜ਼ਰੂਰ ਪਾਈਏ, ਫਿਜ਼ੀਕਲ ਡਿਸਟੈਂਸ 6 ਫੁੱਟ ਤੋਂ ਜ਼ਿਆਦਾ ਰੱਖੀਏ ਔਰ ਹੈਂਡ ਸੈਨੀਟਾਈਜੇਸ਼ਨ। ਇਹ ਤਾਂ ਸਾਨੂੰ ਕਰਦੇ ਰਹਿਣਾ ਪੈਣਾ ਮੇ ਬੀ ਐਂਡ ਆਫ ਦਿਸ ਈਅਰ ਤੱਕ, ਕਿਉਂਕਿ ਸਾਰਿਆਂ ਨੂੰ ਵੈਕਸੀਨ ਨਹੀਂ ਲੱਗਣੇ ਔਰ ਤਾਂ ਹੀ ਹੋਗੀ ਅਗਰ 70% ਤੋਂ ਜ਼ਿਆਦਾ ਆਵਾਮ ਨੂੰ ਟੀਕੇ ਲੱਗੇ ਹੋਣਗੇ। ਡਾਕਟਰ ਪ੍ਰਜੀਤ, ਜਿਵੇਂ ਕਿਹਾ ਕਿ ਸਾਨੂੰ ਬੈਕ ਟੂ ਬੇਸਿਕ ਜਾਣਾ ਚਾਹੀਦਾ ਹੈਗਾ ਆ, ਸਾਨੂੰ ਘਰਾਂ ਦੇ ਵਿੱਚ ਰਹਿਣਾ ਚਾਹੀਦਾ, ਘਰਾਂ ਦੇ ਵਿੱਚ ਰਹਿਣਾ ਚਾਹੀਦਾ ਤਾਂ ਸਾਨੂੰ ਟਰੈਵਲ ਵੀ ਨਹੀਂ ਕਰਨਾ ਚਾਹੀਦਾ। ਸਾਨੂੰ ਪ੍ਰੋਵਿੰਸ ਦੇ ਵਿੱਚ ਵੀ ਕਿਹਾ ਹੈ ਕਿ ਇਨ ਪ੍ਰੋਵਿੰਸ ਵੀ ਦੂਰ ਤੁਸੀਂ ਟਰੈਵਲ ਨਾ ਕਰੋ, ਨੇਬਰਹੁੱਡ ਦੇ ਵਿੱਚ ਹੀ ਤੁਸੀਂ ਰਹੋ ਆਪਣੇ। ਪਰ ਹੁਣ ਜਿਹੜੀ ਇੰਟਰਨੈਸ਼ਨਲ ਟਰੈਵਲ ਕਰਦੇ ਆ ਉਹਦੇ ਬਾਰੇ ਵੀ ਕਿਹਾ ਗਿਆ ਕਿ ਇੰਟਰਨੈਸ਼ਨਲ ਟਰੈਵਲ ਦੇ ਵਿੱਚ ਤੁਹਾਨੂੰ 72 ਘੰਟੇ ਪਹਿਲਾਂ ਰਿਪੋਰਟ ਚਾਹੀਦੀ ਹੈ। ਸੋ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ, ਪਰ ਹੁਣ ਪ੍ਰਧਾਨ ਮੰਤਰੀ ਟਰੂਡੋ ਨੇ ਇਹ ਵੀ ਕਿਹਾ ਕਿ ਜੇ ਤੁਸੀਂ ਇੰਟਰਨੈਸ਼ਨਲ ਟਰੈਵਲ ਕਰ ਰਹੇ ਹੋ ਤਾਂ ਜੇ ਬਹੁਤ ਜ਼ਰੂਰੀ ਨਹੀਂ ਤਾਂ ਆਪਣੀਆਂ ਟਿਕਟਸ ਜਿਹੜੀਆਂ ਨੇ ਕੈਂਸਲ ਕਰ ਦਿਓ, ਤੁਸੀਂ ਜਿਹੜਾ ਘਰਾਂ ਦੇ ਵਿੱਚ ਰਹੋ, ਕਿਉਂਕਿ ਜਿਹੜਾ ਵੇਰੀਐਂਟ ਨਵਾਂ ਆਏ ਆ, ਇੱਕ ਵੇਰੀਐਂਟ ਨਹੀਂ 3 ਵੇਰੀਐਂਟ ਜਿਹੜੇ ਨੇ ਉਹ ਸਾਹਮਣੇ ਆਏ ਨੇ, ਸ਼ਾਇਦ ਇਸ ਤੋਂ ਵੱਧ ਵੀ ਹੋਣ। ਸੋ ਇੱਕ ਵੇਰੀਐਂਟ ਅਸੀਂ ਬ੍ਰਿਟੇਨ ਤੋਂ ਦੇਖਿਆ ਸੀ, ਬ੍ਰਿਟੇਨ ਦੇ ਵਿੱਚ ਆਲਰੇਡੀ ਲਾਕਡਾਊਨ ਹੈਗਾ, ਉੱਥੇ ਹੋਰ ਪਾਬੰਦੀਆਂ ਲਗਾਈਆਂ ਜਾ ਰਹੀਆਂ ਨੇ, ਮੌਤਾਂ ਦੀ ਗਿਣਤੀ ਜਿਹੜੀ ਲਗਾਤਾਰ ਵੱਧ ਰਹੀ ਹੈ। ਅਫਰੀਕਾ ਦਾ ਇੱਕ ਵੇਰੀਐਂਟ ਆਇਆ ਸੀਗਾ, ਫਿਰ ਹੁਣ ਬ੍ਰਾਜ਼ੀਲ ਤੋਂ ਵੀ ਇੱਕ ਜਿਹੜਾ ਵੇਰੀਐਂਟ ਆ ਉਹ ਸਾਹਮਣੇ ਆ ਰਿਹਾ। ਹੁਣ ਇਹ ਸਾਰੇ ਵੇਰੀਐਂਟ ਜਿਹੜੇ ਡਿਫਰੈਂਟ ਤਰੀਕੇ ਦੇ ਸਾਡੇ ਸਾਹਮਣੇ ਆ ਰਹੇ ਨੇ, ਉਹਦਾ ਕੀ ਅਸਰ ਹੋਣ ਵਾਲਾ ਹੈ? ਦੇਖੋ, ਜਿਹੜਾ ਇੰਗਲੈਂਡ ਦਾ ਸੀ, ਜਿਹਨੂੰ ਇੰਗਲੈਂਡੀਆ ਵੀ ਅਸੀਂ ਕਹਿੰਦੇ ਆ ਵੀ, ਉਹ ਹਾਈਲੀ ਕੰਟੇਜੀਅਸ ਔਰ ਇਨਫੈਕਸ਼ੀਅਸ ਹੈਗਾ। ਜਿਹੜਾ ਪੁਰਾਣਾ ਕੋਵਿਡ ਦਾ ਵਾਇਰਸ ਜਿਹੜਾ ਵੂਹਾਨ ਤੋਂ ਤੁਰਿਆ ਸੀ ਉਹਦੇ ਨਾਲੋਂ 54% ਜ਼ਿਆਦਾ ਇਨਫੈਕਸ਼ੀਅਸ ਹੈਗਾ। ਮੇਰੀ ਬਾਤ ਹੈਗੀ ਆ ਵੀ ਅਗਰ 100 ਵਿਅਕਤੀ ਇੱਕ ਕਮਰੇ 'ਚ ਹੈਗੇ ਆ ਔਰ ਪੁਰਾਣਾ ਕੋਵਿਡ ਦਾ ਕੋਈ ਪੇਸ਼ੈਂਟ ਉੱਥੇ ਜਾਵੇ ਤੇ ਕਰੀਬਨ 9% ਲੋਕਾਂ ਨੂੰ ਹੋਣ ਦੀ ਸੰਭਾਵਨਾ ਹੈ, 91 ਨੂੰ ਨਹੀਂ। ਬਟ ਬ੍ਰਿਟਿਸ਼ ਦਾ ਜਿਹੜਾ 117 ਵਾਲਾ, ਅਗਰ ਉਹੀ ਵਿਅਕਤੀ ਕਮਰੇ 'ਚ ਜਾ ਜਿੱਥੇ 100 ਲੋਕੀ ਹੈ ਤੇ 15 ਨੂੰ ਹੋਣ ਦੀ ਸੰਭਾਵਨਾ। ਸੋ ਇਸ ਲਈ ਅਬਾਊਟ 54% ਉਹਦਾ ਜ਼ਿਆਦਾ ਇਨਫੈਕਟਿਵ ਰੇਟ ਹੈਗਾ। ਉਸ ਹਿਸਾਬ ਨਾਲ ਜ਼ਿਆਦਾ ਕਾਊਂਟ ਹੁੰਦਾ, ਜ਼ਿਆਦਾ ਲੋਕੀ ਹਸਪਤਾਲ ਜਾਂਦੇ, ਜ਼ਿਆਦਾ ਆਈਸੀਯੂ ਤੇ ਜ਼ਿਆਦਾ ਮੌਤ ਦੀ ਦਰ, ਕਿਉਂਕਿ ਯੂਕੇ ਦੇ ਵਿੱਚ ਪਿਛਲੇ ਮੇਰੇ ਖਿਆਲ ਨਾਲ ਹਫ਼ਤੇ 'ਚ 4000 ਮੌਤਾਂ ਹੋਈਆਂ ਔਰ ਇਹ ਮੇ ਵੀ ਨਵਾਂ ਵੇਰੀਐਂਟ ਜਿਹੜਾ ਹੈਗਾ ਇਹ ਵੀ ਇੱਕ ਵਜ੍ਹਾ ਹੈਗੀ ਆ ਵੀ ਇਹ ਹਾਈਲੀ ਕੰਟੇਜੀਅਸ ਹੈਗਾ ਔਰ ਉਹਦੇ ਕਰਕੇ ਜ਼ਿਆਦਾ ਲੋਡ ਪੈ ਰਿਹਾ ਉਹਨਾਂ ਦੇ ਹੈਲਥ ਕੇਅਰ ਸਿਸਟਮ 'ਚ। ਤਾਂ ਹੀ ਉਹਨਾਂ ਨੇ ਜਿਹੜੀ ਮੋਡਰਨਾ ਤੋਂ ਪਹਿਲਾਂ ਹੀ ਆਕਸਫੋਰਡ ਦੀ ਜਿਹੜੀ ਵੈਕਸੀਨ ਹੈ ਉਹਨੂੰ ਵੀ ਮਾਨਤਾ ਦੇ ਦਿੱਤੀ ਸੀ ਔਰ ਉਹਨਾਂ ਨੇ ਕਿਹਾ ਵੀ 2 ਮਿਲੀਅਨ ਡੋਜ਼ਸ ਉਹਨਾਂ ਦੇ ਪਿਛਲੇ ਕੁਝ ਹਫ਼ਤੇ 'ਚ ਲੱਗੇ ਸੀ, ਹੁਣ ਉਹ ਹਰ ਹਫ਼ਤੇ 2 ਮਿਲੀਅਨ ਡੋਜ਼ਸ ਲਾਉਣ ਦੀ ਕੋਸ਼ਿਸ਼ ਕਰਨਗੇ। ਸੋ ਵੈਕਸੀਨੇਸ਼ਨ ਪ੍ਰੋਗਰਾਮ ਜਿਹੜੇ ਹੈਗੇ ਆ ਸਾਨੂੰ ਵੀ ਫਾਸਟ ਟਰੈਕ 'ਚ ਲੱਗਣੇ ਚਾਹੀਦੇ ਆ ਔਰ ਹਰ ਇੱਕ ਪ੍ਰੋਵਿੰਸ ਨੂੰ, BC 'ਚ ਜਿੰਨਾ ਵੀ ਸਾਨੂੰ ਵੈਕਸੀਨ ਮਿਲੀ ਆ ਅਰਾਊਂਡ 88% ਉਸੇ ਦਿਨ ਲੱਗੀ ਆ। ਸੋ ਅਸੀਂ ਬਹੁਤ ਅੱਗੇ ਆ ਦੂਜੇ ਪ੍ਰੋਵਿੰਸ ਨਾਲੋਂ। ਦੂਜੇ ਪ੍ਰੋਵਿੰਸ 'ਚ ਕਈ ਵਾਰ 60% ਹੀ ਲੱਗੀ ਹੈ, ਬਾਕੀ ਫ੍ਰਿਜ 'ਚ ਪਈ ਰਹੀ, ਫ੍ਰੀਜ਼ਰ 'ਚ ਪਈ ਰਹੀ। ਅਸੀਂ 88% ਮੀਨਸ 90% ਦਿਨ ਲੱਗੇ ਚਗੇ ਲਾਈ ਆ। ਸੋ ਸਾਡੇ ਲੌਂਗ ਟਰਮ ਕੇਅਰ ਜਿਹੜੇ ਹੈਗੇ ਆ ਇੱਕ ਡੋਜ਼ ਲੱਗ ਚੁੱਕੇ ਆ। ਡੋਜ਼ਸ ਗਏ ਸੀ ਅਪ ਨਾਰਥ ਮੋਡਰਨਾ ਦੇ ਜਿਹੜੇ ਫਸਟ ਨੇਸ਼ਨ ਵਾਲੇ ਉਹਨਾਂ ਦੇ 60 ਕਬੀਲੇ ਆ, ਉਹਨਾਂ ਨੂੰ ਇੱਕ ਡੋਜ਼ ਪਹੁੰਚ ਗਿਆ। ਲੇਕਿਨ ਅਗੇਨ ਸਾਡੇ ਕੋਲ ਕੋਈ ਹੋਰ ਚਾਰਾ ਨਹੀਂ ਹੈ, ਸਾਨੂੰ ਵੇਟ ਹੀ ਕਰਨਾ ਪੈਣਾ ਜਦ ਤੱਕ ਸਪਲਾਈ ਦੀ ਇੰਪਰੂਵ ਨਹੀਂ ਹੁੰਦੀ।
ਅਸੀਂ ਦੂਸਰੇ ਮੈਨੂੰ ਲੱਗਦਾ ਜਿਹੜੇ ਪ੍ਰੋਵਿੰਸਸ ਹੈਗੇ ਆ ਉਹਨਾਂ ਦੇ ਨਾਲੋਂ ਅਸੀਂ ਬੈਟਰ ਪੋਜੀਸ਼ਨ ਦੇ ਵਿੱਚ ਹੈਗੇ ਆ, ਕਿਉਂਕਿ ਉੱਥੇ ਵੀ ਵੇਰੀਐਂਟ ਮਿਲੇ ਆ, ਇੱਥੇ ਵੀ ਵੇਰੀਐਂਟ ਮਿਲੇ ਆ, ਪਰ ਉੱਥੇ ਲੋਕਡਾਊਨ ਕਈਆਂ ਦੇ ਉੱਤੇ ਹੋਰ ਜ਼ਿਆਦਾ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ। ਪਰ ਸਾਡੇ ਜਿਹੜੇ ਪਹਿਲਾਂ ਵਾਲੀਆਂ ਪਾਬੰਦੀਆਂ ਸੀ ਉਹਨਾਂ ਨੂੰ ਵੀ ਫਿਰ ਤੋਂ ਦੁਬਾਰਾ ਕਹਿ ਦਿੱਤਾ ਗਿਆ ਕਿ 5 ਤਰੀਕ ਤੱਕ ਤੁਸੀਂ ਆਪਣੀ ਇਮੀਡੀਏਟ ਫੈਮਿਲੀ ਦੇ ਵਿੱਚ ਰਹਿਣਾ ਹੈ। ਜਿਹੜੀਆਂ ਪਾਬੰਦੀਆਂ ਪਹਿਲਾਂ ਲੱਗੀਆਂ ਸੀ ਉਹੀ ਕੰਟੀਨਿਊ ਰਹਿਣਗੀਆਂ। ਪਰ BC ਦੇ ਵਿੱਚ ਜਿਹੜੇ ਕੇਸ ਨੇ ਉਹ ਬੱਚਿਆਂ ਦੇ ਵਿੱਚ ICU ਦੇ ਵਿੱਚ ਕੇਸ ਜਿਹੜੇ ਨੇ ਉਹ ਦੇਖੇ ਜਾ ਰਹੇ ਨੇ। ICU ਦੇ ਵਿੱਚ ਇੱਕ ਬੱਚਾ ਜਾਂ 2 ਬੱਚੇ ਜਿਹੜੇ ਆ ਉਹ ਉੱਥੇ ਐਡਮਿਟ ਹੋਏ, ਪਰ ਚਾਹੇ ਰਿਕਵਰ ਹੋ ਗਏ ਨੇ। ਹੁਣ ਜਦੋਂ ਬੱਚਿਆਂ ਦੀ ਗੱਲ ਆਉਂਦੀ, ਅਸੀਂ ਪਹਿਲਾਂ ਵੀ ਬਹੁਤ ਵਾਰ ਇਹ ਡਿਸਕਸ ਕੀਤਾ ਕਿ ਬੱਚਿਆਂ ਦੇ ਵਿੱਚ ਇੰਨਾ ਰੇਟ ਨਹੀਂ ਹੈਗਾ, ਇਸੇ ਲਈ ਸਕੂਲ ਖੁੱਲੇ ਨੇ, ਇਸੇ ਲਈ ਸਕੂਲਾਂ ਦੇ ਵਿੱਚ ਬੱਚੇ ਜਾ ਰਹੇ ਨੇ। ਜਿਹੜੇ ਉੱਥੇ ਕੇਸ ਵੀ ਆ ਰਹੇ ਨੇ ਉਹ ਵੀ ਕਮਿਊਨਿਟੀ ਦੇ ਬੇਸਡ ਆ ਰਹੇ ਨੇ, ਇਹ ਨਹੀਂ ਕਿ ਸਕੂਲਾਂ ਦੇ ਵਿੱਚੋਂ ਕੇਸ ਆ ਰਹੇ ਨੇ। ਹੁਣ ਇਹ ਜਿਹੜੇ ਬੱਚੇ ਜਿਹੜੇ ICU ਦੇ ਵਿੱਚ ਗਏ ਸੀ, ਤੁਹਾਨੂੰ ਕੀ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਬਿਮਾਰੀ ਜਿਹੜੀ ਹੈ, ਇਹ ਵਾਇਰਸ ਹੈਗਾ, ਬੱਚਿਆਂ ਦੇ ਵਿੱਚ ਜਾ ਸਕਦਾ? ਦੇਖੋ, ਜਿਹੜੇ ਨਾ ਹੁਣ ਤੱਕ ਸਟੈਟ ਕੈਨੇਡਾ ਨੇ ਡੇਟਾ ਸਾਨੂੰ ਦਿੱਤਾ ਇਹ ਆ ਵੀ ਟੋਟਲ ਅਗਰ ਆਪਾਂ ਨੰਬਰ ਆਫ ਕੇਸਿਸ ਕੈਨੇਡਾ ਚ ਲਈਏ ਇਸ ਵੇਲੇ ਕਰੀਬਨ 8 ਲੱਖ ਦੇ ਲਾਗੇ ਹੋ ਚੁੱਕੇ ਆ, ਤੇ ਉਹਦੇ ਵਿੱਚੋਂ ਸਿਰਫ 8% ਹੀ ਬੱਚਿਆਂ ਦੇ ਵਿੱਚ ਪਾਏ ਗਏ ਸੀ। ਸੋ ਬਹੁਤ ਘੱਟ ਸੀ। ਔਰ 1% ਬੱਚੇ ਸੀ ਜਿਹੜੇ ਜਾ ਕੇ ਜਿਨ੍ਹਾਂ ਨੂੰ ਹਸਪਤਾਲ ਜਾ ਕੇ ਕੋਈ ਨਾ ਕੋਈ ਸੇਵਾਵਾਂ ਲੈਣੀਆਂ ਪਈਆਂ, ਔਰ ਬਹੁਤ ਘੱਟ ਸੀ ਜਿਹੜੇ ICU ਚ ਗਏ। ਜਿਹੜਾ ਡੇਟਾ ਸਾਨੂੰ ਦਸੰਬਰ 9 ਤੋਂ ਜਨਵਰੀ 9 ਤੱਕ ਮਿਲਿਆ ਆ BC ਚ, ਜਿਹੜਾ ਡਿਜ਼ੀਜ਼ ਕੰਟਰੋਲ, ਉਹ ਦੱਸਦੇ ਆ ਵੀ ਜਿਹੜੇ ਬਰਥ ਤੋਂ ਲੈ ਕੇ 10 ਸਾਲ ਉਹਨਾਂ ਨੇ ਹਰ 10 ਸਾਲ ਦਾ ਕੱਟ ਆਫ ਰੱਖਿਆ, 0 to 10, 10 to 20, 20 to 30, 30 to 40। ਸੋ 0 to 10 ਆ, ਉਹਦੇ ਵਿੱਚ ਕਰੀਬਨ 2 ਬੱਚੇ ICU ਚ ਗਏ ਸੀ ਔਰ 15 ਦਾਖਲ ਕਰਨੇ ਪਏ ਸੀ ਕੋਵਿਡ ਕਰਕੇ, ਔਰ ਉਹਨਾਂ ਦੇ ਵਿੱਚ ਸਾਰੇ ਰਿਕਵਰ ਹੋ ਕੇ ਘਰ ਆਏ ਆ। ਜਿਹੜਾ 10 ਤੋਂ 20 ਸੀ ਉਹਦੇ ਵਿੱਚ ਸਿਰਫ 11 ਬੱਚੇ ਹੀ ਐਡਮਿਟ ਸੀ, ਲੇਕਿਨ 3 ICU ਚ ਸੀ। ਮੀਨਸ ਜਿਉਂ ਉਮਰ ਵੱਧਦੀ ICU ਜਾਣ ਦਾ ਜਿਹੜਾ ਹੈਗਾ ਉਹ ਵੱਧਦਾ। ਲੇਕਿਨ ਇੱਕ ਦੁਖਾਂਤ ਵਾਲੀ ਗੱਲ ਆਈ ਸਾਹਮਣੇ ਵੀ ਜਿਹੜਾ 30 ਤੋਂ 40 ਦਾ ਵਰਗ ਆ ਉਹਦੇ ਵਿੱਚ 88 ਲੋਕ ਐਡਮਿਟਡ ਸੀ, 36 ICU ਤੇ 3 ਡੈਥ ਵੀ ਹੋਈਆਂ। ਤਾਂ ਨੌਜਵਾਨ ਲੋਕ ਆ 30 ਤੋਂ 40 ਦੀ ਉਮਰ, ਤਾਂ ਮਸਾਂ ਵਿਆਹ ਕਰਦੇ ਲੋਕੀ ਇਸ ਕੰਟਰੀ 'ਚ, ਹੈ ਨਾ। ਸੋ ਇਹ ਆਪਾਂ ਨੂੰ ਦੇਖਣਾ ਪੈਣਾ, ਸੁਚੇਤ ਰਹਿਣਾ ਪੈਣਾ ਵੀ ਕੋਵਿਡ ਇੱਕ ਮਾਮੂਲੀ ਬਿਮਾਰੀ ਨਹੀਂ ਹੈ, ਕਿਹੜੇ ਵੀ ਏਜ ਗਰੁੱਪ 'ਚ ਹੋ ਸਕਦਾ ਔਰ ICU 'ਚ ਜਾਣਾ ਪੈ ਸਕਦਾ। ICU 'ਚ ਜਾਈਏ ਤੇ ਫਿਰ ਤੁਹਾਡਾ ਜਾਨ ਦੇ ਨਾਲ ਹੀ ਆ, ਮਤਲਬ ਫਿਰ ਤੇ ਅਰਦਾਸ ਕਰਨ ਦਾ ਹੀ ਟਾਈਮ ਹੁੰਦਾ ਵੀ ਮਹਾਰਾਜ ਬਚਾ ਲਾ, ਹੈ ਨਾ। ਲੇਕਿਨ BCU 'ਚ ਤਾਂ ਅਰਾਊਂਡ 85% ਤੋਂ ਜ਼ਿਆਦਾ ਸਕਸੈਸ ਰੇਟ ਹੈ ਸਾਡਾ, ਕਿਉਂਕਿ ਸਾਡੇ ਕੋਲ ਟੈਕਨੋਲੋਜੀ ਆ, ਐਕਸਪਰਟਿਸ ਆ, ਅਸੀਂ ਮਾਡਰਨ ਜਿਹੜੇ ਸਿਸਟਮ ਦੇ ਨਾਲ ਚੱਲਦੇ ਆ। ਦੇਖੋ, ਇਹਦੇ ਪ੍ਰਤੀ ਵਾਇਰਸ ਨੂੰ ਕਿਲ ਕਰਨ ਵਾਲੀ ਕੋਈ ਦਵਾਈ ਨਹੀਂ ਹੈ, ਲੇਕਿਨ ਵਾਇਰਸ ਜੋ ਸੋਜ ਕਰਦਾ, ਇਨਫਲੇਮੇਸ਼ਨ ਕਰਦਾ, ਬਾਡੀ ਦੇ ਡੀਰੇਂਜਮੈਂਟ ਕਰਦਾ, ਉਹਨੂੰ ਆਪਾਂ ਸਾਂਭਣ ਵਾਸਤੇ ਸਾਡੇ ਕੋਲ ਸਿਸਟਮ ਵਧੀਆ ਹੈਗੇ ਨੇ। ਔਰ ਇਸ ਵੇਲੇ ਸਾਡੇ ਹਸਪੀਟਲ ਤਾਂ ਓਵਰਫਲੋ 'ਚ ਨਹੀਂ ਹੈਗੇ, ਲੇਕਿਨ ਡਾਕਟਰ ਥਰੀਸਾ ਟੈਮ ਨੇ ਅੱਜ ਹੀ ਚੇਤਾਵਨੀ ਦਿੱਤੀ ਆ ਵੀ ਇਹ ਜਿਹੜੇ ਨਵੇਂ ਵੇਰੀਐਂਟ ਹੈਗੇ, ਜਿਹੜੇ ਤੁਸੀਂ ਜ਼ਿਕਰ ਕੀਤਾ ਬ੍ਰਿਟਿਸ਼ ਦਾ, ਕਰੀਬਨ 25 ਕੇਸਿਸ ਕੈਨੇਡਾ 'ਚ ਪਾਏ ਗਏ ਔਰ BC 'ਚ ਕਰੀਬਨ 3-4 ਹੈਗੇ ਆ। ਸਾਊਥ ਅਫਰੀਕਨ ਵੇਰੀਐਂਟ ਆ, ਔਰ ਜਿਹੜਾ ਹੁਣ ਬ੍ਰਾਜ਼ੀਲ ਦਾ ਜਾਂ ਜਿਹੜਾ ਕੈਲੀਫੋਰਨੀਆ 'ਚ ਜਿਹਨੂੰ L452R ਵੀ ਕਹਿੰਦੇ ਆ, ਕੋਈ ਅਣਕਥਨੀ ਨਹੀਂ ਹੋਏਗੀ ਵੀ ਕਮਿਊਨਿਟੀ 'ਚ ਵੀ ਸਪਰੈਡ ਹੋ ਰਿਹਾ। ਕਿਉਂਕਿ ਜਦੋਂ ਆਪਾਂ ਕੇਸਿਸ ਕਰਦੇ ਆ, ਕੋਵਿਡ ਪੋਜ਼ਿਟਿਵ ਹੁੰਦੇ ਆ, ਜਿਹੜੇ 100 ਹੁੰਦੇ ਆ ਨਾ ਉਹਦੇ ਚੋਂ 5 ਦੇ ਵਿੱਚ ਉਹਦਾ ਜੀਨੋਮਿਕ ਸਟਰਕਚਰ ਚੈੱਕ ਕਰੀਦਾ। ਹਰ ਇੱਕ ਦੇ ਵਿੱਚ ਜੀਨੋਮਿਕ ਸਟਰਕਚਰ ਚੈੱਕ ਨਹੀਂ ਕਰ ਸਕਦੇ, ਕਿਉਂਕਿ ਜਿਹੜਾ ਪ੍ਰੋਟੀਨ ਕੋਡਿੰਗ ਹੈ ਬੜਾ ਮਹਿੰਗਾ ਟੈਸਟ ਆ। ਸਿਰਫ ਏਦਾਂ ਨਹੀਂ ਆਪਾਂ ਚੌਲ ਰਿੰਨ ਰਹੇ ਹੁੰਦੇ ਤੇ ਕੁਝ ਦਾਣੇ ਦੇਖਦੇ ਆ ਵੀ ਉਹ ਗਲੇ ਆ ਕਿ ਪੱਕੇ ਆ ਕਿ ਨਹੀਂ, ਕਿ ਜੇ ਵੀ ਉਹ 5% ਹੀ ਜੀਨੋਮਿਕ ਸੀਕੁਐਂਸ ਕਰ ਰਿਹਾ ਆਲ ਓਵਰ ਦਾ ਵਰਲਡ, ਤੇ ਅਸੀਂ ਜਿਹੜਾ ਉਹ ਕ੍ਰਾਈਟੇਰੀਆ ਫੋਲੋ ਕਰ ਰਹੇ ਆ, ਉਹਦੇ ਚ ਸਾਨੂੰ ਪਤਾ ਲੱਗ ਰਿਹਾ ਵੀ ਇਹ ਦੋਵੇਂ ਵੇਰੀਐਂਟ ਹੁਣ ਕੈਨੇਡਾ 'ਚ ਹੈਗੇ ਆ। ਸੋ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਵੀ ਵਾਇਰਸ ਇਹ ਪਹਿਲੀ ਵਾਰ ਨਹੀਂ ਹੋਏਗਾ ਵੀ ਆਪਣੀ ਆਪਰੇਸ਼ਨ ਕਰਨਾ, ਅਗਾਂਹ ਚੱਲ ਕੇ ਹੋਰ ਵੇਰੀਐਂਟ ਵੀ ਆਉਣਗੇ। ਹੁਣ ਜਿਹੜੇ ਨਾ ਸਾਡੇ ਵੋਲੰਟੀਅਰ ਸੀ ਜਿਹੜੇ ਵੈਕਸੀਨੇਸ਼ਨ ਟ੍ਰਾਇਲ ਤੋਂ ਗਏ, ਉਹਨਾਂ ਦੇ ਵਿੱਚ ਐਂਟੀਬਾਡੀਜ਼ ਤਾਂ ਬਣੀਆਂ ਮੋਡਰਨਾ ਤੋਂ ਤੇ ਫਾਈਜ਼ਰ ਤੋਂ, ਉਹਨਾਂ ਦੀ ਐਂਟੀਬਾਡੀ ਲੈ ਕੇ ਤੇ ਇਹ ਜਿਹੜੇ ਵੇਰੀਐਂਟ ਆ ਇਹਨਾਂ ਨੂੰ ਲੈਬ ਦੇ ਵਿੱਚ ਘੋਲ ਕਰਾਇਆ ਗਿਆ ਤੇ ਐਂਟੀਬਾਡੀਜ਼ ਇਹਨਾਂ ਨੂੰ ਕਿਲ ਕਰਨ 'ਚ ਸਮਰੱਥ ਸੀ ਲੈਬ ਦੇ ਵਿੱਚ। ਬਟ ਕਲੀਨਿਕਲ ਟ੍ਰਾਇਲ ਇਹਦੇ ਉੱਤੇ ਅਜੇ ਚੱਲ ਰਹੇ ਆ, ਉਹ ਡੇਟਾ ਅਗਾਂਹ ਚੱਲ ਕੇ ਸਾਹਮਣੇ ਆਊਗਾ। ਸੋ
ਜਿਹੜੇ ਸਾਡੇ ਵੈਕਸੀਨ ਹੈ ਇਹ ਵੇਰੀਐਂਟਸ ਦੇ ਉੱਤੇ ਕਾਬੂ ਪਾ ਸਕਦੇ ਆ। ਬਿਲਕੁਲ, ਵੇਰੀਐਂਟ ਵੀ ਸਾਹਮਣੇ ਆ ਰਹੇ ਨੇ, ਡਿਫਰੈਂਟ ਤਰ੍ਹਾਂ ਦਾ ਰੂਪ ਬਦਲ ਰਿਹਾ ਇਹ ਵਾਇਰਸ। ਕਈ ਲੋਕ ਕਹਿ ਰਹੇ ਨੇ ਕਿ ਇੱਕ ਇਨਸਾਨ ਦੇ ਵਿੱਚ ਇਹੋ ਜਿਹਾ ਵੇਰੀਐਂਟ ਪਾਇਆ ਗਿਆ ਹੈ ਕਿ ਉਹ ਕਿਤੇ ਵੀ ਉਹਨੇ ਟਰੈਵਲ ਨਹੀਂ ਕੀਤਾ, ਕਿਤੇ ਵੀ ਉਹ ਬਾਹਰ ਨਹੀਂ ਗਿਆ, ਪਰ ਫਿਰ ਵੀ ਉਹਦੇ 'ਚ ਵੇਰੀਐਂਟ ਹੈਗਾ ਆ। ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ। ਅਸੀਂ ਬੱਚਿਆਂ ਦੀ ਗੱਲ ਕਰ ਰਹੇ ਸੀ, ਉਹਨਾਂ ਬਾਰੇ ਗੱਲ ਕਰ ਰਹੇ ਸੀ ਕਿ ਬੱਚਿਆਂ 'ਚ ਬਹੁਤ ਘੱਟ ਚਾਂਸਿਸ ਹੈਗੇ ਆ ਕਿ ਇਹ ਵਾਇਰਸ ਹੋਵੇ, ਪਰ ਹੁਣ ਉਹ ਬੱਚੇ ਜਿਹੜੇ ਛੋਟੇ ਛੋਟੇ ਆ ਜਾਂ ਟੋਡਲਰਸ ਦੀ ਗੱਲ ਕਰ ਲਈਏ ਜਾਂ ਜਿਹੜੇ ਨਿਊ ਬੋਰਨ ਬੱਚੇ ਹੈਗੇ ਆ, ਤੇ ਉਹਨਾਂ ਦੀ ਜੇ ਮਾਂ ਨੂੰ COVID-19 ਹੋ ਜਾਂਦਾ ਹੈ, ਕੀ ਉਹ ਸੇਫ ਹੈਗਾ ਕਿ ਉਹ ਫੀਡ ਲੈ ਸਕਦੇ ਆ ਜਾਂ ਇਦਾਂ ਦੀ ਕੋਈ ਸਟੱਡੀ ਸਾਹਮਣੇ ਆਈ ਹੈ? ਦੇਖੋ, ਇਹ ਬ੍ਰੈਸਟ ਮਿਲਕ 'ਚ ਇਹਦਾ ਜਿਹੜਾ ਟ੍ਰਾਂਸਮਿਸ਼ਨ ਰਿਸਕ ਆ ਉਹ ਨਹੀਂ ਦੇਖਿਆ ਗਿਆ। ਅਗਰ ਹੋਊਗਾ ਵੀ ਤੇ ਐਕਸਟ੍ਰੀਮਲੀ ਲੋ ਹੋਊਗਾ। ਔਰ ਟ੍ਰੈਡੀਸ਼ਨਲੀ ਬਹੁਤ ਸਾਰੇ ਵਾਇਰਸ ਜਿਹੜੇ ਹੁੰਦੇ ਆ, ਜਿਹੜੇ ਰੈਸਪੀਰੇਟਰੀ ਵਾਇਰਸ ਆ, ਅਗਰ ਮਦਰ ਨੂੰ ਸਮਝੋ ਟ੍ਰੈਡੀਸ਼ਨਲੀ ਕਹਿ ਲਓ ਵੀ ਫਲੂ ਹੈਗਾ ਜਾਂ ਉਹਦਾ ਗਲਾ ਖਰਾਬ ਆ, ਖੰਘ ਆ, ਰੇਸ਼ਾ ਜ਼ੁਕਾਮ ਹੈ, ਅਸੀਂ ਸਟਾਪ ਨਹੀਂ ਕਰਦੇ ਬ੍ਰੈਸਟ ਫੀਡਿੰਗ, ਕਿਉਂਕਿ ਬ੍ਰੈਸਟ ਫੀਡਿੰਗ ਦੇ ਫਾਇਦੇ ਬਹੁਤ ਜ਼ਿਆਦਾ ਹੈਗੇ ਆ। ਉਹਦੇ 'ਚ ਐਂਟੀਬੋਡੀਜ਼ ਹੈਗੀਆਂ, ਮਦਰ ਦੇ ਜੋ ਵੀ ਐਂਟੀਬੋਡੀਜ਼ ਬਣਨੀਆਂ ਉਹ ਪੈਸਿਵਲੀ ਮਾਂ ਦੇ ਦੁੱਧ 'ਚ ਚਲੀ ਜਾਣੀਆਂ। ਤਾਂ ਇਸ ਲਈ ਇਹ ਵਧੀਆ ਰੂਟ ਹੈਗਾ, ਨਾਲੇ ਵਧੀਆ ਖੁਰਾਕ ਹੈਗੀ ਆ ਉਹਨੂੰ। ਲੇਕਿਨ ਪ੍ਰੀਪਰੇਸ਼ਨ ਜਿਹੜੀ ਮਾਸਕ ਲਾ ਕੇ ਕਰਨੀ ਪੈਣੀ ਹੈ, ਹੈਂਡ ਸੈਨੀਟਾਈਜੇਸ਼ਨ ਕਰਨੀ ਪੈਣੀ ਹੈ ਵਗੈਰਾ ਵਗੈਰਾ, ਹਨਾ। ਦੂਜੀ ਗੱਲ ਹੈਗੀ ਆ ਵੀ ਕਈ ਮਦਰਸ ਵਰੀ ਕਰਦੀਆਂ ਵੀ ਨਹੀਂ ਸਾਨੂੰ ਕੋਵਿਡ ਹੈਗਾ, ਤਾਂ ਫਿਰ ਉਹ ਫਾਰਮੂਲਾ ਫੀਡ ਕਰ ਸਕਦੇ ਕੁਝ ਸਮੇਂ ਵਾਸਤੇ। ਜਦੋਂ ਰਿਕਵਰ ਹੋ ਜਾਂਦੇ ਆ ਫਿਰ ਉਸ ਟਾਈਮ ਤੱਕ ਆਪਣਾ ਬ੍ਰੈਸਟ ਮਿਲਕ ਪੰਪ ਕਰ ਸਕਦੇ ਆ, ਉਹ ਫਿਊਚਰ 'ਚ ਫਿਰ ਬੱਚੇ ਨੂੰ ਦਿੱਤਾ ਜਾ ਸਕਦਾ। ਔਰ ਟ੍ਰੈਡੀਸ਼ਨਲੀ ਅਸੀਂ ਕਰਦੇ ਹਾਂ, ਕਈ ਕੰਡੀਸ਼ਨਸ ਸਾਹਮਣੇ ਖੜੀਆਂ ਹੋ ਜਾਂਦੀਆਂ ਜਿੱਥੇ ਬੱਚਾ ਨਹੀਂ ਚੁੰਗ ਪਾਉਂਦਾ, ਖਾਸ ਕਰਕੇ ਪ੍ਰੀਮੈਚੁਰ ਬੇਬੀਜ਼, ਤੇ ਉਹ ਬੈਂਕ ਕਰਦੀਆਂ ਰਹਿੰਦੀਆਂ, ਉਹਨੂੰ ਕਹਿੰਦੇ ਆ EBF, ਐਕਸਪ੍ਰੈਸਡ ਬ੍ਰੈਸਟ ਮਿਲਕ ਪੰਪ ਦੇ ਨਾਲ। ਦੂਜੀ ਗੱਲ ਹੈਗੀ ਆ ਵੀ ਹਮੇਸ਼ਾ ਹੀ ਜਿਹੜੇ ਤੁਹਾਡੇ ਹੈਲਥ ਕੇਅਰ ਪ੍ਰੋਵਾਈਡਰ ਆ, ਜਿਹੜੇ ਲੈਕਟੇਸ਼ਨ ਕੰਸਲਟੈਂਟ ਆ, ਔਰ 811 ਦੇ ਵਿੱਚ ਨਰਸਿੰਗ ਲਾਈਨ ਵੀ ਅਵੇਲੇਬਲ ਆ 9 to 5 ਐਵਰੀ ਡੇ, ਮੰਡੇ ਟੂ ਫਰਾਈਡੇ। ਉਹਨਾਂ ਦੇ ਨਾਲ ਵੀ ਸੰਪਰਕ ਕੀਤਾ ਜਾ ਸਕਦਾ, ਸੈਂਟਰ ਫॉर ਡਿਜ਼ੀਜ਼ ਕੰਟਰੋਲ, ਜਾਂ ਤੁਹਾਡੇ ਹੈਲਥ ਸਪੈਸ਼ਲਿਸਟ ਜਾਂ ਫੈਮਿਲੀ ਡਾਕਟਰ ਦੇ ਨਾਲ ਵੀ। ਲੇਕਿਨ ਇਹਦੇ ਵਿੱਚ ਇੰਨੀ ਡਰਨ ਵਾਲੀ ਗੱਲ ਨਹੀਂ ਹੈਗੀ। ਅਗਰ ਆਪਾਂ ਦੇਖੀਏ ਕਈ ਘਰਾਂ ਦੇ ਵਿੱਚ ਮੈਂ ਦੇਖਿਆ ਵੀ ਮਦਰਸ ਨੂੰ ਕੋਵਿਡ ਸੀ, ਉਹਨਾਂ ਦਾ ਬੇਬੀ ਵੀ ਸੀ, ਬੇਬੀ ਦਾ ਟੈਸਟ ਨੈਗੇਟਿਵ ਹੀ ਆਉਂਦਾ ਰਿਹਾ, ਭਾਵੇਂ ਉਹ ਮਤਲਬ ਫੀਡ ਕਰ ਰਹੀ ਸੀ ਵਗੈਰਾ ਸਾਰਾ ਕੁਝ। ਸਮਹਾਉ ਨੇਚਰ ਜਿਹੜਾ ਹੈਗਾ, ਜਿਹੜਾ ਨਵਾਂ ਜੰਮਿਆ ਬੱਚਾ, ਉਹਨੂੰ ਪ੍ਰੋਟੈਕਟ ਕਰਨ ਦੀ ਮੈਕਸਿਮਮ ਕੋਸ਼ਿਸ਼ ਕਰਦਾ। ਹੁਣ ਇਸ ਤੋਂ ਥੋੜਾ ਹਟ ਕੇ ਮੈਂ ਕਹਿ ਰਿਹਾ, ਇੱਕ ਮਦਰ ਹੈ ਜਿਹਨੂੰ HIV ਆ, ਏਡਸ ਆ ਨਾ, ਉਹ ਪ੍ਰੈਗਨੈਂਟ ਹੋ ਜਾਂਦੀ ਆ, ਉਹਦਾ ਪਲੇਸੈਂਟਾ, ਉਹਦੇ ਥਰੂ ਵੀ ਜਿਹੜਾ ਵਰਟੀਕਲ ਟ੍ਰਾਂਸਮਿਸ਼ਨ ਹੈ ਵੀ ਬੇਬੀ ਨੂੰ ਹੋਣਾ ਬਹੁਤ ਰੇਅਰ ਆ, 1% ਆ, 99 ਫਿਰ ਵੀ ਨਹੀਂ ਹੁੰਦਾ। ਸੋ ਸ਼ੀਲਡ ਜਿਹੜੀ ਹੈਗੀ ਆ ਉਹ ਪ੍ਰੋਟੈਕਟਡ ਰੱਖਣ ਦੀ ਕੋਸ਼ਿਸ਼ ਕੁਦਰਤ ਕਰਦੀ ਆ। ਸੋ ਇਸ ਵੇਲੇ ਜਿਹੜਾ ਹੈਗਾ ਸਾਡੇ ਕੋਲ ਇਨਫ ਡੇਟਾ ਨਹੀਂ ਹੈਗਾ, ਲੇਕਿਨ ਇਹ ਡਿਪੈਂਡ ਕਰਦਾ ਮਦਰ ਦੀ ਕੰਫਰਟ ਲੈਵਲ ਦੇ ਉੱਤੇ ਵੀ ਉਹ ਫੀਡ ਕਰਨਾ ਚਾਹੁੰਦੇ ਆ ਕਿ ਫਾਰਮੂਲਾ ਦੇਣਾ ਚਾਹੁੰਦੇ ਆ। ਈਦਰ ਵੇ ਜਿਹੜਾ ਹੈਗਾ ਸਾਡੇ ਲਈ ਓਕੇ ਹੈ। ਡਾਕਟਰ ਪੁਰਜੀ, ਜਿੱਦਾਂ ਕੋਵਿਡ ਦੀ ਵੈਕਸੀਨ ਦੇ ਨਾਲ ਰਿਲੇਟਡ ਬਹੁਤ ਸਾਰੀਆਂ ਅਫਵਾਹਾਂ ਵੀ, ਬਹੁਤ ਸਾਰੀਆਂ ਚਿੰਤਾਵਾਂ ਵੀ ਸਾਹਮਣੇ ਆਈਆਂ ਸੀ ਕਿ ਕੋਈ ਕਹਿ ਰਿਹਾ ਸੀ ਇਹਦੇ ਵਿੱਚ ਬੀਫ ਦਾ ਪਾਰਟੀਕਲ ਹੈ, ਕੋਈ ਕਹਿ ਰਿਹਾ ਸੀ ਕਿ ਇਹ ਜਿਹੜਾ ਹੈ ਉਹ ਜਾਨਵਰਾਂ ਤੋਂ ਬਣਿਆ ਹੈ, ਕੋਈ ਕਹਿ ਰਿਹਾ ਸੀ ਇਹਦੇ ਨਾਲ ਤੁਹਾਡੇ ਹਾਰਮੋਨਸ ਚੇਂਜ ਹੋ ਜਾਂਦੇ ਆ ਸਮਟਾਈਮਸ, ਕੋਈ ਕਹਿ ਰਿਹਾ ਸੀ ਤੁਹਾਡਾ ਬਹੁਤ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਸੀ। ਹੁਣ ਇੱਕ ਹੋਰ ਸਾਹਮਣੇ ਆਇਆ ਕਿ ਆਟਿਜ਼ਮ ਹੋ ਸਕਦਾ, ਇਹਦੇ ਨਾਲ ਡਿਫਰੈਂਟ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਨੇ। ਵੈਕਸੀਨ ਦੇ ਇਸ ਤਰ੍ਹਾਂ ਦੇ ਸਾਈਡ ਇਫੈਕਟ ਵੀ ਆਏ ਆ ਸਾਹਮਣੇ? ਦੇਖੋ, ਆਟਿਜ਼ਮ ਜਿਹੜਾ ਹੈਗਾ, ਮੈਂ ਮੰਨਦਾ ਵੀ ਹਰ 60 ਬੱਚੇ ਵਿੱਚ ਇੱਕ ਨੂੰ ਆਟਿਜ਼ਮ ਹੋਏਗਾ। ਔਰ ਆਟਿਜ਼ਮ ਦੇ ਵਿੱਚ ਤੁਹਾਡਾ ਸਪੀਚ ਡਿਲੇ ਹੁੰਦਾ, ਆਈ ਕੰਟੈਕਟ ਗੁੱਡ ਨਹੀਂ ਹੁੰਦਾ ਜਾਂ ਵੇਰੀਏਬਲ ਹੁੰਦਾ, ਵੀ ਕਦੀ ਗੁੱਡ ਹੋ ਗਿਆ ਕਦੀ ਬੈਡ ਹੋ ਗਿਆ, ਸੋਸ਼ਲ ਕਮਿਊਨੀਕੇਸ਼ਨ ਡਿਕਰੀਜ਼ ਹੋ ਜਾਂਦਾ, ਔਰ ਤੁਸੀਂ ਕੁਛ ਨਾ ਕੁਛ ਰਿਪੀਟ ਕਰਨ ਲੱਗ ਪੈਂਦੇ, ਹੱਥ ਏਦਾਂ ਫਲੈਪਿੰਗ ਜਾਂ ਟਾਲੀਆਂ ਜਾਂ ਸਰਕਲ 'ਚ ਘੁੰਮੀ ਜਾਣਾ, ਜਾਂ ਬਾਰ-ਬਾਰ ਉਹੀ ਲਫ਼ਜ਼ ਬੋਲੀ ਜਾਣਾ, ਜਾਂ ਬਾਰ-ਬਾਰ ਉਹੀ ਕਾਰਟੂਨ ਦੇਖੇ ਜਾਣੇ, ਨਾ ਰੈਪੀਟੀਸ਼ਨ ਹੁੰਦਾ। ਸੋ ਇਹ ਸਾਰੀ ਚੀਜ਼ਾਂ ਜਦੋਂ ਸੰਗ੍ਰਹਿ ਮਿਲਦਾ ਉਹਨੂੰ ਆਪਾਂ ਆਟਿਜ਼ਮ ਕਹਿੰਦੇ ਆ। ਅੱਜ ਕੱਲ੍ਹ ਉਹਦਾ ਨਾਮ ਹੈਗਾ ਆਟਿਜ਼ਮ ਸਪੈਕਟਰਮ ਡਿਸਆਰਡਰ, ASD। ਅੱਜ ਤੋਂ ਕਰੀਬਨ 30 ਸਾਲ ਪਹਿਲਾਂ ਇੱਕ ਡਾਕਟਰ ਆ, ਉਹਨੇ ਇੱਕ ਸਟੱਡੀ ਪਤਾ ਨਹੀਂ ਕਿੱਦਾਂ ਪਬਲਿਸ਼ ਕਰਵਾ ਲਈ ਮੈਡੀਕਲ ਜਰਨਲ 'ਚ, ਵੀ ਜਿਹੜਾ ਮੀਜ਼ਲ, ਮਮਸ ਔਰ ਰੁਬੇਲਾ ਨਹੀਂ, ਆਪਾਂ ਜਿਹੜਾ ਟੀਕਾ ਲਾਉਂਦੇ ਬੱਚਿਆਂ ਨੂੰ, ਉਹਦੇ ਨਾਲ ਆਟਿਜ਼ਮ ਦੇ ਚਾਂਸਸ ਵੱਧਦੇ ਆ। ਦੇਖੋ, ਉਦੋਂ ਹੀ ਬੱਚਾ ਬੋਲਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ, 1.5 ਸਾਲ ਦੇ ਲਾਗੇ ਚਾਗੇ ਜ਼ਿਆਦਾ, ਹਨਾ, ਉਦੋਂ ਹੀ ਇਹ ਟੀਕੇ ਲੱਗਦੇ ਆ। ਸੋ ਉਹਦੇ ਬਾਅਦ ਫਿਰ ਉਹਨੇ ਐਕਸੈਪਟ ਵੀ ਕਰ ਲਿੱਤਾ ਵੀ ਮੈਂ ਫੈਬਰੀਕੇਟ ਕੀਤੀ ਸੀ ਸਟੱਡੀ, ਮੇਰੀ ਸਟੱਡੀ ਗਲਤ ਸੀ, ਹੈ ਨਾ, ਉਹਨੂੰ ਸਜ਼ਾ ਵੀ ਦਿੱਤੀ ਗਈ। ਲੇਕਿਨ ਸਮਹਾਉ ਲੋਕਾਂ ਦੇ ਮਨ 'ਚ ਇੱਕ ਹਸ਼ਰ ਪੈਦਾ ਹੋ ਗਿਆ ਉਸ ਹਾਹਾਕਾਰ ਨਿਊਜ਼। ਉਸ ਬਾਅਦ ਘੱਟ ਤੋਂ ਘੱਟ 600 ਸਟੱਡੀਜ਼ ਹੋਈਆਂ, ਔਰ ਉਹਦੇ ਵਿੱਚ ਇਹ ਸਾਬਿਤ ਹੋਇਆ ਵੀ ਵੈਕਸੀਨੇਸ਼ਨ ਦੇ ਨਾਲ ਆਟਿਜ਼ਮ ਨਹੀਂ ਹੁੰਦਾ। ਸੋ ਇਹ ਸਾਬਿਤ ਹੋ ਚੁੱਕਿਆ। ਹੁਣ ਜਿਹੜੀ ਆ ਮੋਡਰਨਾ ਔਰ ਫਾਈਜ਼ਰ ਆ, ਇਹਦੇ ਵਿੱਚ ਜਿਹੜਾ ਮੈਸੇਂਜਰ RNA ਦਾ ਛੋਟਾ ਸਿੰਥੈਟਿਕ ਪਾਰਟੀਕਲ ਹੈ, ਕੋਈ ਬੀਫ ਨਹੀਂ ਆ, ਕੋਈ ਪੋਰਕ ਨਹੀਂ ਆ,
ਕੋਈ ਫੀਟਲ ਸੈੱਲ ਲਾਈਨ ਨਹੀਂ ਹੈ, ਕੋਈ ਬਲੱਡ ਦਾ ਇਹਦੇ ਚ ਤਿਨਕਾ ਨਹੀਂ ਹੈ, ਕੋਈ ਹੈਵੀ ਮੈਟਲ ਨਹੀਂ ਹੈ, ਕੋਈ ਪ੍ਰੀਜ਼ਰਵੇਟਿਵ ਨਹੀਂ ਹੈਗੇ। ਇਹਦਾ ਜਿਹੜਾ ਕਵਰਿੰਗ ਹੈਗਾ ਉਹ ਹੈਗੀ ਆ ਮਾਈਕਰੋਲਿਪਿਡ, ਜਿਹੜੇ ਦਰਖਤਾਂ ਤੋਂ ਲਿੱਤੇ, ਪਲਾਂਟਸ ਤੋਂ ਲਿੱਤੇ ਆ। ਤੇ ਮਾੜਾ ਜਿਹਾ ਲੂਣ ਪਾਇਆ ਤੇ ਮਾੜੀ ਜਿਹੀ ਸ਼ੂਗਰ ਪਾਈ ਆ ਉਹਨੂੰ ਸਟੇਬਲਾਈਜ਼ ਕਰਨ ਵਾਸਤੇ, ਤਾਂ ਕਿ ਉਹ 70 ਜਾਂ -20 ਚ ਸਟੇਬਲ ਰਹੇ। ਸੋ ਇਹ ਸਭ ਤੋਂ ਸੇਫੈਸਟ ਮਾਡਰਨ ਤਰੀਕਾ ਵੈਕਸੀਨ ਬਣਾਉਣ ਦਾ। ਸੋ ਮੇਰੇ ਹਿਸਾਬ ਦੇ ਨਾਲ ਇਹਦੇ ਕੋਈ ਕੰਪਲਿਕੇਸ਼ਨਸ ਨਹੀਂ ਹੈਗੇ। ਔਰ ਆਫ ਕੋਰਸ ਹਰ ਵਾਰ ਟੀਕਾ ਲਾਵਾਂਗੇ, ਪੇਨ ਤਾਂ ਹੋਊਗਾ, ਬੁਖਾਰ ਹੋਊਗਾ, ਉਹ ਤਾਂ ਹਰ ਟੀਕੇ ਤੋਂ ਹੁੰਦਾ। ਉਹਦੇ ਬਾਵਜੂਦ ਵੀ ਹੈਲਥ ਕੈਨੇਡਾ ਨੇ ਵੈਬਸਾਈਟ ਦੇ ਉੱਤੇ ਜਿਨ੍ਹਾਂ ਨੂੰ ਹੁਣ ਇਸ ਵੇਲੇ ਕੈਨੇਡਾ 'ਚ ਕਰੀਬਨ 600,000 ਲੋਕਾਂ ਨੂੰ ਵੈਕਸੀਨ ਲੱਗ ਚੁੱਕੀ ਹੈ, ਇੱਕ ਡੋਜ਼ ਤੱਕ ਘੱਟ ਲੱਗ ਚੁੱਕੀ ਹੈ ਨਾ। ਤਾਂ ਉਹ ਸਾਰੀ ਡੇਟਾ ਰੱਖੀ ਹੋਈ ਹੈਲਥ ਕੈਨੇਡਾ ਨੇ ਵੈਕਸੀਨ ਰਿਲੇਟਡ ਕੰਪਲਿਕੇਸ਼ਨ, ਤੁਸੀਂ ਆਨਲਾਈਨ ਵੀ ਜਾ ਕੇ ਦੇਖ ਸਕਦੇ ਹੋ। ਉਹਦੇ ਵਿੱਚ ਇੱਕ ਵਿਅਕਤੀ ਸੀ ਵੀ ਜਿਹਨੂੰ ਥੋੜਾ ਜਿਹਾ ਟਵਿਚਿੰਗ ਹੋਈ ਸੀ ਫੇਸ ਦੀ, ਇੱਕ ਨੂੰ ਥੋੜੇ ਚੱਕਰ ਆਏ ਸੀ, ਪੇਨ ਫੀਵਰ ਤੇ ਕਾਫੀ ਲੋਕਾਂ ਨੇ, ਲੇਕਿਨ ਕਿਸੇ ਨੂੰ ਵੀ ਹਸਪਤਾਲ ਜਾਣ ਦੀ ਨੌਬਤ ਨਹੀਂ ਪਈ, ਕਿਸੇ ਨੂੰ ਕੋਈ ਹੋਰ ਜ਼ਿਆਦਾ ਟਰਬਲ ਨਹੀਂ ਹੈ। ਸੋ ਮੇਰੇ ਦੇ ਨਾਲ ਕਾਫੀ ਵਧੀਆ ਔਰ ਸੇਫ ਨੇ ਵੈਕਸੀਨ। ਜੀ ਬਿਲਕੁਲ, ਸਾਨੂੰ ਸਾਰਿਆਂ ਨੂੰ ਇਨਕਰੇਜ ਕਰਨਾ ਚਾਹੀਦਾ ਕਿ ਜਦੋਂ ਕਦੇ ਵੀ ਸਾਡੀ ਵਾਰੀ ਆਉਂਦੀ ਹੈ ਸਾਨੂੰ ਜ਼ਰੂਰ ਜਿਹੜੀ ਹੈ ਵੈਕਸੀਨ ਜਿਹੜੀ ਲਗਾਉਣੀ ਚਾਹੀਦੀ ਹੈ। ਸੋ ਤੁਸੀਂ ਇਨਫੋਰਮੇਸ਼ਨ ਆਲਵੇਜ਼ ਸ਼ੇਅਰ ਕਰਦੇ ਹੋ, ਤੇ ਕੀ ਮੈਸੇਜ ਹੈਗਾ ਅੱਜ ਦੇ ਲਈ ਵਿਊਅਰਸ ਨੂੰ? ਵੀਰ ਦੇ ਮੈਸੇਜ ਤੇ ਇਹੀ ਆ ਵੀ ਹੁਣ ਆਪਾਂ ਲੱਕੀ ਹੈਗੇ ਆ ਵੀ ਵੈਕਸੀਨਸ 2 ਤਾਂ ਕੈਨੇਡਾ 'ਚ ਮਾਨਤਾ ਹੋ ਗਈ, ਠੀਕ ਹੈ, ਸ਼ਾਰਟ ਟਰਮ ਟੈਂਪਰਰੀ ਡਿਲੇ ਹੈਗਾ। ਵੈਕਸੀਨ ਦੇ ਨਾਲ ਹੀ ਅਸੀਂ ਇਸ ਮਹਾਮਾਰੀ ਦੇ ਉੱਤੇ ਜਿਹੜਾ ਹੈਗਾ ਕੰਟਰੋਲ ਪਾਵਾਂਗੇ ਔਰ ਪੈਂਡੇਮਿਕ ਖਤਮ ਕਰ ਸਕਦੇ ਹਾਂ। ਔਰ ਸਾਨੂੰ ਜਦ ਤੱਕ ਸਾਰਿਆਂ ਨੂੰ ਨਹੀਂ ਵੈਕਸੀਨ ਲੱਗਦੀ ਤਦ ਤੱਕ ਸਾਨੂੰ ਸਾਰਿਆਂ ਨੂੰ ਇਖਤਿਆਰ ਵਰਤਣਾ ਪੈਣਾ। ਜਿਹੜੇ ਸਾਡੇ 3 ਪ੍ਰੋਟੋਕਾਲ ਮੈਂ ਕਹੀ ਜਾ ਰਿਹਾ ਫੋਲੋ ਕਰਨੇ ਪੈਣੇ ਆ। ਮੈਨੂੰ ਨਹੀਂ ਲੱਗਦਾ ਵੀ ਸਮਰ ਤੱਕ ਵਿਆਹ ਸ਼ਾਦੀ ਦੇ ਸੀਜ਼ਨ ਫੇਰ ਜਿਹੜੇ ਆਪਾਂ ਸੋਚ ਰਹੇ ਸੀ ਵੀ ਖੁੱਲ ਜਾਣਗੇ, ਇੰਨੀ ਵੱਡੀ ਮਾਤਰਾ 'ਚ ਖੁੱਲਣਗੇ। ਅਜੇ ਤੱਕ ਇਹ ਪ੍ਰੋਬਲਮ ਜਿਹੜੀ ਜਾਣੀ ਨਹੀਂ ਆ। ਦੂਜੀ ਗੱਲ ਹੈਗੀ ਆ ਵੀ ਜਿੱਥੇ ਸਰੀਰ ਹੈਗਾ ਉਹਦੀ ਜਾਣਕਾਰੀ ਅਸੀਂ ਦੇਣੀ ਆ, ਮਨ ਦੇ ਉੱਤੇ ਤੇ ਤੁਸੀਂ ਹੀ ਕਾਬੂ ਕਰਨਾ ਪੈਣਾ ਹੈ ਨਾ। ਸੋ ਮਨ ਵੇਚੇ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ। ਸੋ ਮਨ ਜਿਹੜਾ ਹੈਗਾ ਉਹ ਸਤਿਗੁਰੂ ਨੂੰ ਦੇ ਦਿਓ, ਸਤਿਗੁਰੂ ਜੋ ਕਹਿੰਦਾ ਉਹ ਲੈ ਆਓ। ਜਦੋਂ ਅਸੀਂ ਮੱਥਾ ਟੇਕਦੇ ਨਾ ਗੁਰਦੁਆਰੇ, ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਮਾਰ, ਉਹਦਾ ਮਤਲਬ ਇਹ ਹੁੰਦਾ ਮਹਾਰਾਜ ਮੈਂ ਆਪਣੀ ਮੱਤ ਹੋਰ ਆਪਣਾ ਮਨ ਇੱਥੇ ਰੱਖ ਰਿਹਾ, ਤੂੰ ਆਪਣੀ ਮੱਤ ਹੋਰ ਮਨ ਦੇ। ਗੁਰ ਕੀ ਮੱਤ ਤੂੰ ਲੈ ਜਾਣੇ, ਭਗਤ ਬਿਨਾ ਬਹੁਤ ਡੂਬੇ ਸਿਆਣੇ। ਗੁਰੂ ਦੀ ਮਤੀ ਦੇ ਨਾਲ ਹੀ ਮੇਰੀ ਗਤੀ ਹੋਣੀ ਆ, ਨਹੀਂ ਤੇ ਭਗਤੀ ਤੋਂ ਬਗੈਰ ਤਾਂ ਸਿਆਣੇ ਤੋਂ ਸਿਆਣਾ, ਇੰਟੈਲੀਜੈਂਟ ਤੋਂ ਇੰਟੈਲੀਜੈਂਟ ਬੰਦਾ ਡੁੱਬ ਜਾਂਦਾ ਹੈ ਨਾ ਭਵ ਸਾਗਰ ਵਿੱਚ। ਤਾਂ ਇਸ ਲਈ ਆਪਾਂ ਲਾਈਫ ਸਿੰਪਲ ਰੱਖੀਏ। ਔਰ ਅਸੀਂ ਬਹੁਤ ਲੱਕੀ ਹਾਂ ਵੀ ਅਸੀਂ ਫਸਟ ਨੇਸ਼ਨ ਕੰਟਰੀ 'ਚ ਰਹਿ ਰਹੇ ਹਾਂ, ਜਿੱਥੇ ਸਾਡੀ ਗਵਰਨਮੈਂਟ ਸਾਡੇ ਲਈ ਸਾਰਾ ਕੁਝ ਕਰ ਰਹੀ ਹੈ, ਫ੍ਰੀ ਸਾਨੂੰ ਵੈਕਸੀਨੇਸ਼ਨ ਦੇ ਰਹੀ ਹੈ। ਠੀਕ ਹੈ, ਅਪ ਐਂਡ ਡਾਊਨ ਹੁੰਦਾ ਰਹਿੰਦਾ, ਵੈਕਸੀਨ ਪ੍ਰੋਗਰਾਮ ਚੱਲਦੇ ਆ, ਉਹਨਾਂ 'ਚ ਅੜਚਣਾਂ ਹੁੰਦੀਆਂ, ਆਉਣਗੀਆਂ, ਹੋਰ ਵੀ ਆਉਣਗੀਆਂ, ਲੇਕਿਨ ਇੱਕ ਵਾਰੀ ਗੱਡੀ ਜਦੋਂ ਸਮੂਥ ਸੇਲਿੰਗ ਹੋ ਗਈ ਸਾਰਿਆਂ ਨੂੰ ਵਾਰੀ ਆਊਗੀ। ਅਜੇ ਤੱਕ ਮੇਰੀ ਵਾਰੀ ਨਹੀਂ ਆਈ ਵੈਕਸੀਨ ਲੱਗਣ ਦੀ, ਵਾਰੀ ਆਊਗੀ, ਸਾਰਿਆਂ ਨੂੰ ਬੁਲਾਇਆ ਜਾਊਗਾ, ਸਾਰਿਆਂ ਨੂੰ ਟੀਕੇ ਲੱਗਣਗੇ। ਲੇਕਿਨ ਤਦ ਤੱਕ ਤੁਸੀਂ ਇਹੀ ਆ ਵੀ ਆਪਣੀ ਜਿਹੜੀ ਸਿਹਤ ਆ ਉਹਦਾ ਖਿਆਲ ਆ, ਆਪਣ ਹੱਥੀ ਆਪਣਾ ਆਪੇ ਹੀ ਕਾਸ ਵਾਰੀਏ, ਔਰ ਤਨ ਔਰ ਮਨ ਜਿਹੜਾ ਹੈਗਾ ਉਹ ਅਰੋਗੀ ਹੋਵੇ, ਔਰ ਆਤਮਾ ਪਰਮਾਤਮਾ ਦੇ ਵਿੱਚ ਲੀਨ ਕਰਨ ਦੀ ਚੇਸ਼ਟਾ ਹੋਏ। ਫਿਰ ਅਗਲੇ ਹਫਤੇ ਤੋਂ ਦਰਸ਼ਨ ਕਰਾਂਗੇ। ਬਹੁਤ ਬਹੁਤ ਧੰਨਵਾਦ। ਥੈਂਕ ਯੂ। ਖੁਸ਼ ਰਹੋ, ਆਬਾਦ ਰਹੋ, ਹੱਸਦੇ ਰਹੋ, ਵਸਦੇ ਰਹੋ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਸੋ ਡਾਕਟਰ ਪ੍ਰਗਟ ਸਿੰਘਪੁਰ ਜੀ ਦੇ ਨਾਲ ਗੱਲਬਾਤ ਹੋਈ। ਜਿੱਥੇ ਉਹ ਇਨਫੋਰਮੇਸ਼ਨ ਪਹੁੰਚਾਉਂਦੇ ਨੇ ਉੱਥੇ ਨਾਲ ਸਾਨੂੰ ਜਿਹੜੀ ਲਾਈਫ ਦੀ ਪ੍ਰੇਰਨਾ ਜੋ ਸਾਨੂੰ ਸਾਡੇ ਗੁਰੂ ਸਾਹਿਬਾਨ ਸਿਖਾਉਂਦੇ ਨੇ, ਉਹਨਾਂ ਦੇ ਵਿੱਚੋਂ ਵੀ ਉਹ ਗੁਰਬਾਣੀ ਦੀਆਂ ਤੁਕਾਂ ਦੇ ਨਾਲ ਵੀ ਸਾਨੂੰ ਇਨਫੋਰਮੇਸ਼ਨ ਦਿੰਦੇ ਨੇ, ਨਾਲ ਸਾਨੂੰ ਪੋਜ਼ਿਟਿਵ ਰਹਿਣ ਦੇ ਲਈ ਕਹਿੰਦੇ ਨੇ। ਤੇ ਇਹੀ ਅਸੀਂ ਕਹਿੰਦੇ ਆ ਕਿ ਸਾਨੂੰ ਲਾਈਫ ਦੇ ਵਿੱਚ ਹਮੇਸ਼ਾ ਥਾਟਸ ਨੂੰ ਲੈ ਕੇ ਪੋਜ਼ਿਟਿਵ ਹੋਣਾ ਚਾਹੀਦਾ ਹੈ, ਸਾਨੂੰ ਹਮੇਸ਼ਾ ਚੰਗਿਆਈਆਂ ਵੱਲ ਧਿਆਨ ਦੇਣਾ ਚਾਹੀਦਾ, ਤੇ ਨਾਲ ਪ੍ਰੋਵਿੰਸ ਦੇ ਵਿੱਚ ਜੋ ਗਾਈਡਲਾਈਨਸ ਚੱਲ ਰਹੀਆਂ ਨੇ ਉਹਨੂੰ ਫੋਲੋ ਕਰਦੇ ਰਹਿਣਾ ਚਾਹੀਦਾ ਹੈ। ਤੇ ਵੈਕਸੀਨ ਦੇ ਪ੍ਰਤੀ ਜੋ ਵੀ ਨਵੀਂ ਅਪਡੇਟ ਆ ਰਹੀ ਹੈ ਤੁਹਾਡੇ ਤੱਕ ਇਸ ਤਰ੍ਹਾਂ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ ਸਾਂਝਾ ਟੀਵੀ। ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।